ਜੇ ਤੂ ਤੁਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ। ਏਹਾ ਪਾਈ ਮੂਹ ਦਾਤੜੀ, ਨਿਤ ਹਿਰਦੈ ਰਖਾ ਸਮਾਲ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੁਕੇ ਸਭ ਸੋਗ ਸੰਤਾਪੇ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰਉ ਤਾ ਹਰਿ ਕੈ ਦੁਆਰ। ਮਤ ਹਰਿ ਪੂਛੈ ਕੌਣ ਹੈ, ਪਰਾ ਹਮਾਰੈ ਬਾਰ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੂਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵਾ, ਮੋਕਾ RAM ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰਿ ਕੀਰਤ ਹਮਰੀ ਰਹਿ ਰਾਸ। ਰਹਾਉ ਹਰਿ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰਿ ਹਰਿ ਸਰਦਾ ਹਰਿ ਪਿਆਸ। ਹਰਿ ਹਰਿ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰਿ 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 ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ।
ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਸ਼ਦਰ ਦੇ ਮਾਲਕ, ਜੁਗ ਜੁਗ ਅਟਲ, ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ, ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜ ਰਹੇ ਦੀਵਾਨ ਅੰਦਰ ਆਪ ਸਭ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੂਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਸਾਧ ਸੰਗਤ, ਤੀਸਰੇ ਗੁਰਦੇਵ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1616 ਬਿਕਰਮੀ ਸੰਮਤ ਨੂੰ ਪਾਵਨ ਸ੍ਰੀ ਬੌਲੀ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਾਲਕ ਅਵਸਥਾ ਦੇ ਵਿੱਚ ਸੇਵਾ ਵਿੱਚ ਹਾਜ਼ਰ ਹੋਏ। ਬੜੀ ਭਾਵਨਾ ਦੇ ਨਾਲ ਸੇਵਾ ਕਰਨੀ, ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਿਆਰ, ਦਰਸ਼ਨਾਂ ਦੀ ਤਾਂਘ ਬਣੀ ਰਹਿੰਦੀ ਸੀ। ਉਸ ਸਮੇਂ ਜੋ ਮਿੱਟੀ ਹੁੰਦੀ ਸੀ, ਕਾਰ ਟੋਕਰਾ ਭਰ ਕੇ ਬਾਹਰ ਕੱਢ ਕੇ ਲੈ ਕੇ ਜਾਣੀ,
ਔਰ ਇਹ ਬੌਲੀ ਸਾਹਿਬ ਦੇ ਸਮੇਂ ਆਪ ਜੀ ਨੇ ਬੇਅੰਤ ਸੇਵਾ ਕੀਤੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਕਰਵਾ ਰਹੇ ਹਨ। ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਰਾਮੋ ਜੀ ਆ ਕਰਕੇ ਬੇਨਤੀ ਕਰਦੇ, ਮਹਾਰਾਜ ਜੀਓ, ਸਾਡੀ ਸਪੁੱਤਰੀ ਬੀਬੀ ਭਾਨੀ ਜੋ ਹੁਣ ਵਰ ਦੇ ਯੋਗ ਹੋ ਗਈ ਹੈ, ਆਪ ਜੀ ਕਿਰਪਾ ਕਰੋ, ਕਿਸੇ ਥਾਂ ਉਸ ਦਾ ਵਿਆਹ ਕਰ ਦਈਏ। ਸਤਿਗੁਰਾਂ ਨੇ ਬਚਨ ਕੀਤਾ, ਜੋ ਪਰਮਾਤਮਾ ਨੇ ਉਸ ਦੀ ਪ੍ਰਾਰਬਧ ਵਿੱਚ ਲਿਖਿਆ ਹੈ, ਜਿੱਥੇ ਉਸ ਦਾ ਸੰਜੋਗ ਹੋਣਾ ਹੈ, ਉਹ ਆਪੇ ਸਭ ਕੁਝ ਹੋ ਜਾਣਾ, ਤੁਸੀਂ ਚਿੰਤਾ ਨਾ ਕਰੋ। ਉਸ ਸਮੇਂ ਭਾਈ ਜੇਠਾ ਜੀ ਜੋ ਟੋਕਰੀ ਸਿਰ ਤੇ ਰੱਖੀ ਖਾਲੀ ਕਰਕੇ ਵਾਪਸ ਆ ਰਹੇ ਸਨ। ਮਾਤਾ ਰਾਮੋ ਜੀ ਨੇ ਆਪ ਜੀ ਦਾ ਸੁੰਦਰ ਸਰੂਪ ਦੇਖ ਕਰਕੇ ਬਚਨ ਕੀਤਾ, ਮਹਾਰਾਜ ਜੀ, ਸਾਡੀ ਬੀਬੀ ਵਾਸਤੇ ਇਹੋ ਜਿਹਾ ਵਰ ਹੋਵੇ, ਸੋਹਣਾ ਹੋਵੇ, ਸੇਵਾ ਭਾਵਨਾ ਵਾਲਾ ਹੋਵੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਫਿਰ ਇਹੋ ਜਿਹਾ ਤਾਂ ਇਹੀ ਹੈ। ਆਵਾਜ਼ ਮਾਰ ਕੇ ਆਪਣੇ ਕੋਲ ਸੱਦਣਾ ਕੀਤਾ ਔਰ ਕਿਹਾ, ਬੇਟਾ, ਤੁਹਾਡਾ ਨਗਰ ਕਿਹੜਾ ਹੈ, ਕਿੱਥੋਂ ਦੇ ਰਹਿਣ ਵਾਲੇ ਹੋ? ਉਸ ਸਮੇਂ ਆਪ ਜੀ ਨੇ ਦੱਸਿਆ ਕਿ ਮਹਾਰਾਜ ਜੀ, ਮੈਂ ਲਾਹੌਰ ਤੋਂ ਰਹਿਣ ਵਾਲਾ ਹਾਂ, ਸੇਵਾ ਕਰਨ ਵਾਸਤੇ ਸੰਗਤ ਦੇ ਨਾਲ ਆਉਣਾ ਕੀਤਾ। ਇੱਥੋਂ ਤੱਕ ਵੀ ਇਤਿਹਾਸ ਨੇ ਬਚਨ ਕੀਤੇ ਹਨ ਕਿ ਛੋਟੀ ਉਮਰ ਵਿੱਚ ਮਾਤਾ ਪਿਤਾ ਸੰਸਾਰ ਤੋਂ ਚਲੇ ਗਏ ਸਨ। ਨਾਨੀ ਜੀ ਨੇ ਬਾਸਰ ਕੇ ਨਗਰ ਆਪਣੇ ਕੋਲ ਲੈ ਕੇ ਆਂਦਾ ਸੀ। ਬਾਸਰ ਕੇ ਨਗਰ ਤੋਂ ਹੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪ ਜੀ ਜਾਣਦੇ ਸੀ। ਸਤਿਗੁਰ ਮੇਰਾ ਬਾਲ ਸਿਖਾਈ, ਉੱਥੇ ਬਚਨ ਕੀਤੇ ਹਨ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਮੇਰੇ ਬਾਲਕ ਅਵਸਥਾ ਦੇ ਹੀ ਮਿੱਤਰ ਹਨ। ਤੇ ਜਦੋਂ ਸਤਿਗੁਰੂ ਜੀ ਨੇ ਆਪ ਜੀ ਨੂੰ ਪੂਰਨ ਰੂਪ ਵਿੱਚ ਪੁੱਛ ਕਰਕੇ ਫਿਰ ਬਚਨ ਕੀਤਾ ਕਿ ਆਪਣੇ ਮਾਤਾ ਪਿਤਾ ਨੂੰ ਬੁਲਾਉਣਾ। ਉਸ ਸਮੇਂ ਨਾਨੀ ਜੀ ਆਈ। ਫਿਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦੀ ਕੁੜਮਾਈ ਦੀ ਅਰਦਾਸ ਕੀਤੀ ਔਰ ਕੁਝ ਸਮੇਂ ਬਾਅਦ ਆਨੰਦ ਕਾਰਜ ਕਰ ਦਿੱਤਾ। ਭਾਈ ਜੇਠਾ ਜੀ ਸਤਿਗੁਰਾਂ ਦੇ ਕੋਲ ਹੀ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਹਨ। ਇਸ ਤਰ੍ਹਾਂ ਆਪ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਗੁਰਤਾ ਗੱਦੀ ਦਾ ਤਖਤ ਬਖਸ਼ਣਾ ਕੀਤਾ। ਔਰ ਕੁਝ ਵਿਦਵਾਨ ਇਹ ਵੀ ਲਿਖਦੇ ਨੇ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਇਹ ਨਾਮ ਦੇਣਾ ਕੀਤਾ, ਰਾਮਦਾਸ ਜੀ। ਕੁਝ ਵਿਦਵਾਨ ਇਹ ਵੀ ਲਿਖਦੇ ਨੇ ਕਿ ਆਪ ਜੀ ਦਾ ਪਹਿਲਾ ਇਹ ਨਾਮ ਸੀ, ਪਰ ਵੱਡਾ ਸੁਪੁੱਤਰ ਹੋਣ ਕਰਕੇ ਸਾਰੇ ਜੇਠਾ ਕਹਿੰਦੇ ਸਨ। ਸੋ ਸਾਧ ਸੰਗਤ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋ ਕਰਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਤੇ ਸਾਨੂੰ ਸਾਰੇ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਤੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਵਾਸਤੇ ਕਿਵੇਂ ਬੇਨਤੀ ਕਰਨੀ ਚਾਹੀਦੀ ਹੈ, ਉਹ ਸਤਿਗੁਰੂ ਜੀ ਜਾਂਚ ਦੱਸ ਰਹੇ ਹਨ। ਰਾਗ ਗੋਜਰੀ ਮਹੱਲਾ ਚੌਥਾ।
ਗੂਜਰੀ ਰਾਗ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਹੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਆਪ ਜੀ ਹਰੀ ਪਰਮਾਤਮਾ ਦੇ ਜਨ ਹੋ। ਜਨ ਨਾਮ ਪਿਆਰੇ ਦਾ ਹੁੰਦਾ ਹੈ। ਆਪ ਜੀ ਪਰਮਾਤਮਾ ਦੇ ਪਿਆਰੇ ਹੋ। ਆਪ ਜੀ ਪਰਮਾਤਮਾ ਦੇ ਸਰੂਪ ਨੂੰ ਆਪਣੇ ਸਿੱਖਾਂ ਦੇ ਤਾਈਂ ਚੁਣਾਉਣ ਵਾਲੇ ਹੋ। ਜਿਸ ਤਰ੍ਹਾਂ ਭਗਤ ਕਬੀਰ ਜੀ ਭਜਨ ਕਰਦੇ, ਹਰ ਜਨ ਐਸਾ ਚਾਹੀਐ ਜੈਸਾ ਹਰਿ ਹੀ ਹੋਏ, ਜਿਹੜਾ ਪਰਮਾਤਮਾ ਵਿੱਚ ਹਮੇਸ਼ਾ ਮਿਲਿਆ ਰਹੇ। ਐਸੇ ਆਪ ਪਰਮਾਤਮਾ ਦੇ ਜਨ ਹੋ। ਜਿਵੇਂ ਸਾਧ ਸੰਗਤ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਸਾਰ ਦੇ ਭਲੇ ਵਾਸਤੇ ਬੇਅੰਤੇ ਕਾਰਜ ਕਰਨਾ ਕੀਤੇ। ਬੌਲੀ ਸਾਹਿਬ ਬਣਾਉਣਾ ਕੀਤਾ ਹੈ, 84 ਕੱਟਣ ਵਾਸਤੇ 84 ਪੌੜੀਆਂ। ਫਿਰ ਅਕਬਰ ਦੇ ਉਸ ਸਮੇਂ 22 ਸੂਬੇ ਸਨ, 22 ਸਟੇਟਾਂ ਕਹਿ ਲਈਏ। ਸਤਿਗੁਰੂ ਮਹਾਰਾਜ ਜੀ ਨੇ 22 ਗੁਰਸਿੱਖਾਂ ਨੂੰ ਮੰਜੀਆਂ ਦੇ ਕਰਕੇ, 72 ਮਾਈਆਂ ਨੂੰ ਪੀੜੇ ਦੇ ਕਰਕੇ ਸਿੱਖੀ ਦੇ ਪ੍ਰਚਾਰ ਵਿੱਚ ਲਾਉਣਾ ਕੀਤਾ। ਔਰ ਹਮੇਸ਼ਾ ਪਰਮਾਤਮਾ ਦੀ ਭਗਤੀ ਵਿੱਚ ਜੁੜੇ ਰਹਿੰਦੇ। ਇਹਨਾਂ ਵਾਹਿਗੁਰੂ ਦੇ ਨਾਲ, ਨਾਮ ਦੇ ਨਾਲ ਪਿਆਰ, ਇੱਕ ਰਸ ਹਰ ਸਮੇਂ ਭਗਤੀ ਕਰਦੇ ਰਹਿਣਾ। 100 ਸਾਲ ਦੀ ਉਮਰ ਤੋਂ ਸਤਿਗੁਰੂ ਮਹਾਰਾਜ ਜੀ ਰਾਤ ਦੇ ਸਮੇਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਵਿਖੇ ਇੱਕ ਕਿੱਲੀ ਲੱਗੀ ਹੋਈ ਸੀ, ਉਸ ਨੂੰ ਹੱਥ ਨਾਲ ਫੜ ਕਰਕੇ, ਖੜੋ ਕਰਕੇ ਨਾਮ ਜਪਦੇ ਰਹਿੰਦੇ। ਇੱਕ ਸਮੇਂ ਇੱਕ ਗੁਰਮੁਖ ਨੇ ਭਜਨ ਕੀਤਾ, ਮਹਾਰਾਜ ਜੀ ਤੁਸੀਂ ਤਾਂ ਗੁਰਤਾ ਗੱਦੀ ਤਖਤ ਤੇ ਬਿਰਾਜਮਾਨ ਹੋ, ਪ੍ਰਤੱਖ ਗੁਰੂ ਹੋ, ਆਪਣੇ ਸਿੱਖਾਂ ਨੂੰ ਬੇਅੰਤ ਬਖਸ਼ਿਸ਼ਾਂ ਕਰਦੇ ਹੋ, ਫਿਰ ਤੁਹਾਨੂੰ ਨਾਮ ਜਪਣ ਦੀ ਕੀ ਜ਼ਰੂਰਤ। ਸਤਿਗੁਰੂ ਕਹਿੰਦੇ, ਸਿੱਖਾ ਅਸੀਂ ਤੈਨੂੰ ਦੱਸਦੇ ਹਾਂ, ਇੱਕ ਗਰੀਬ ਕਿਸੇ ਗਲੀ ਵਿੱਚ ਝਾੜੂ ਦਿਆ ਕਰਦਾ ਸੀ। ਉਸ ਰਸਤੇ ਇੱਕ ਸ਼ਾਹੂਕਾਰ ਨੇ ਲੰਘਦੇ ਸਮੇਂ ਉਸ ਗਰੀਬ ਤੇ ਤਰਸ ਕਰਕੇ ਗਲੀ ਦੇ ਵਿੱਚ ਇੱਕ ਲਾਲ ਸੁੱਟ ਦਿੱਤਾ। ਉਸ ਗਰੀਬ ਨੇ ਉਸ ਲਾਲ ਨੂੰ ਚੱਕ ਕਰਕੇ ਸਾਂਭ ਲੈਣਾ ਕੀਤਾ ਤੇ ਪਰ ਉਸ ਗਲੀ ਵਿੱਚ ਝਾੜੂ ਦੇਣਾ ਹਟਿਆ ਨਹੀਂ। ਕੁਝ ਦਿਨ ਬਾਅਦ ਫਿਰ ਸ਼ਾਹੂਕਾਰ ਜਦੋਂ ਉੱਥੋਂ ਦੀ ਲੰਘਿਆ, ਉਹਨੇ ਦੇਖਿਆ ਵੀ ਇਹ ਬੰਦਾ ਅਜੇ ਵੀ ਝਾੜੂ ਦੇ ਰਿਹਾ ਹੈ। ਪੁੱਛਿਆ, ਭਰਾਵਾ ਤੈਨੂੰ ਇੱਥੋਂ ਕੋਈ ਲਾਲ ਨਹੀਂ ਲੱਭਿਆ? ਉਹ ਕਹਿਣ ਲੱਗਿਆ, ਹਾਂ ਮੈਨੂੰ ਇੱਕ ਦਿਨ ਝਾੜੂ ਮਾਰਦਿਆਂ ਇੱਥੋਂ ਇੱਕ ਲਾਲ ਮਿਲ ਗਿਆ ਸੀ। ਫਿਰ ਤੇਰੀ ਗਰੀਬੀ ਦੂਰ ਨਹੀਂ ਹੋਈ? ਉਹ ਕਹਿਣ ਲੱਗਿਆ, ਹਾਂ ਉਸ ਲਾਲ ਦੇ ਕਰਕੇ ਮੇਰੇ ਘਰ ਅੰਦਰੋਂ ਗਰੀਬੀ, ਦਰਿਦਰਤਾ ਸਭ ਕੁਝ ਚੱਕਿਆ ਗਿਆ। ਫਿਰ ਤੂੰ ਝਾੜੂ ਕਿਉਂ ਦੇ ਰਿਹਾ ਹੈ? ਉਹ ਗਰੀਬ ਕਹਿਣ ਲੱਗਿਆ, ਜਿਸ ਝਾੜੂ ਦੀ ਬਦੌਲਤ ਮੈਨੂੰ ਇਹ ਲਾਲ ਪ੍ਰਾਪਤ ਹੋਇਆ, ਮੈਂ ਉਸ ਨੂੰ ਕਿਵੇਂ ਛੱਡ ਸਕਦਾ। ਇਸ ਝਾੜੂ ਕਰਕੇ ਮੈਨੂੰ ਉਹ ਲਾਲ ਪ੍ਰਾਪਤ ਹੋਇਆ, ਮੇਰੀ ਗਰੀਬੀ ਦੂਰ ਹੋ ਗਈ। ਸਤਿਗੁਰੂ ਬਚਨ ਕਰਦੇ, ਇਸ ਸੇਵਾ ਕਰਕੇ, ਨਾਮ ਦੀ ਕਮਾਈ ਕਰਕੇ ਸਾਨੂੰ
ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਇਹ ਬਖਸ਼ਿਸ਼ਾਂ ਕੀਤੀਆਂ, ਅਸੀਂ ਇਸ ਨਾਮ ਨੂੰ ਨਹੀਂ ਛੱਡ ਸਕਦੇ। ਨਾਮ ਨਾਲ ਇੰਨਾ ਪਿਆਰ ਸਾਧ ਸੰਗਤ। ਮਹਾਰਾਜ ਬਚਨ ਕਰਦੇ, ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਆਪ ਜੀ ਹਰੀ ਪਰਮਾਤਮਾ ਦੇ ਜਨ ਹੋ ਪਿਆਰੇ। ਸਤਿਗੁਰ, ਆਪ ਸਤਿਗੁਰੂ ਹੋ, ਗੁਰਤਾ ਗੱਦੀ ਦੇ ਮਾਲਕ ਹੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਹੋ। ਜੋਤ ਓਹਾ ਜੁਗਤ ਸਾਈ, ਸਹਿਕਾਇਆ ਫੇਰ ਪਲਟੀ ਹੈ। ਆਪ ਸਮਰੱਥ ਸਤਿਗੁਰੂ ਹੋ। ਸਤਿਪੁਰਖਾਂ, ਆਪ ਸਤ ਪ੍ਰਤੱਗੀ ਹੋ। ਆਪ ਜੀ ਨੇ ਜੋ ਵੀ ਪ੍ਰਤੱਗਿਆ ਕੀਤੀ ਉਹ ਸਤ। ਕਿਉਂਕਿ ਸਾਧ ਸੰਗਤ ਸਤਿਗੁਰੂ ਅਮਰਦਾਸ ਮਹਾਰਾਜ ਜੀ ਜਿਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੇਵਾ ਕਰਦੇ ਸਨ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤਾ, ਗੋਇੰਦਵਾਲ ਸਾਹਿਬ ਨਗਰ ਵਸਾਓ। ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਨਗਰ ਦੇਖਣ ਵਾਸਤੇ ਗਏ। ਵਾਪਸ ਆ ਰਹੇ ਸਨ। ਪ੍ਰੇਮ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੱਜੀ ਬਾਂਹ ਫੜ ਕਰਕੇ ਆਪਣੇ ਬਰਾਬਰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਭੈ ਦੇ ਨਾਲ ਸੰਕੋਚ ਕਰਦੇ ਨੇ, ਮੈਂ ਬਰਾਬਰ ਨਹੀਂ ਤੁਰਨਾ ਸਤਿਗੁਰਾਂ ਦੇ। ਪਰ ਤੁਰਦਿਆਂ ਤੁਰਦਿਆਂ ਜਿਹੜੀ ਖੱਬੀ ਬਾਂਹ ਸੀ ਉਹ ਅੱਗੇ ਹੋ ਗਈ। ਜਿਵੇਂ ਅਸੀਂ ਤੁਰਦੇ ਹਾਂ, ਬਾਹਾਂ ਅੱਗੇ ਪਿੱਛੇ ਹੁੰਦੀਆਂ ਨੇ ਨਾ। ਜਦੋਂ ਖੱਬੀ ਬਾਂਹ ਅੱਗੇ ਹੋ ਗਈ ਤੇ ਮਨ ਵਿੱਚ ਇਹ ਵਿਚਾਰ ਕੀਤੀ ਵੀ ਮੇਰੀ ਇਸ ਬਾਂਹ ਨੇ ਮੇਰੇ ਗੁਰੂ ਸਾਹਿਬ ਦੀ ਅਵੱਗਿਆ ਕਰ ਦਿੱਤੀ ਹੈ, ਤੇ ਮੈਂ ਹੁਣ ਇਸ ਬਾਂਹ ਨੂੰ ਕੱਟ ਦੇਣਾ। ਫਿਰ ਸੋਚਿਆ ਵੀ ਜੇ ਮੈਂ ਬਾਂਹ ਕੱਟ ਦਿੱਤੀ ਖੱਬੀ ਬਾਂਹ, ਤੇ ਸਤਿਗੁਰੂ ਜੀ ਗੁੱਸੇ ਹੋਣਗੇ, ਨਾਰਾਜ਼ ਹੋਣਗੇ। ਫਿਰ ਸੋ ਮੂਆ ਜਿਸ ਮਨੋਂ ਵਿਸਾਰੈ, ਇਹਨੂੰ ਮਨੋਂ ਹੀ ਭੁਲਾ ਦੇਣਾ। ਉਸ ਦਿਨ ਤੋਂ ਖੱਬੀ ਬਾਂਹ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖ ਲਿਆ, ਇਹਦੇ ਤੋਂ ਹੋਰ ਕੋਈ ਕੰਮ ਨਹੀਂ ਲੈਣਾ। ਕੋਈ ਵੀ ਕਿਸੇ ਵੀ ਕੰਮ ਵਿੱਚ ਇਹਨੂੰ ਵਰਤਣਾ ਨਹੀਂ, ਕਿਉਂਕਿ ਇਹਨੇ ਮੇਰੇ ਗੁਰੂ ਸਾਹਿਬ ਦੀ ਅਵੱਗਿਆ ਕੀਤੀ। ਆਪਣੇ ਮਨ ਵਿੱਚੋਂ ਬਾਂਹ ਨੂੰ ਭੁਲਾ ਹੀ ਦਿੱਤਾ, ਕੱਢ ਦਿੱਤਾ ਵੀ ਮੇਰੀ ਬਾਂਹ ਹੈ ਹੀ ਨਹੀਂ, ਬਸ ਇੰਨੀ ਪ੍ਰਤੱਗਿਆ ਕੀਤੀ। ਦੇਖੋ ਅਸੀਂ ਕਿੱਥੇ ਖੜੇ ਆ, ਕਿੰਨੀ ਕੁ ਸਿੱਖੀ ਕਮਾਉਂਦੇ ਆ, ਕਿੰਨਾ ਕੁ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ। ਫਿਰ ਸੇਵਾ ਕਰਦੇ ਆ ਰੋਜ਼ਾਨਾ। ਬਿਆਸਾ ਦਰਿਆ ਤੋਂ ਜਲ ਲੈਣ ਵਾਸਤੇ ਜਾਂਦੇ। ਖਡੂਰ ਸਾਹਿਬ ਤੋਂ 2 ਵਜੇ ਉੱਠ ਕੇ ਤੁਰ ਪੈਣਾ। ਖਡੂਰ ਸਾਹਿਬ ਨੂੰ ਪੈਠ ਨਹੀਂ ਸੀ ਕਰਦੇ, ਪੁੱਠੇ ਕਦਮ ਤੁਰਨਾ। ਜਦੋਂ 3 ਕੋਹ ਚਲੇ ਜਾਂਦੇ ਸਨ ਤੇ ਫਿਰ ਸਾਧ ਸੰਗਤ ਉੱਥੇ ਜਾ ਕੇ ਨਮਸਕਾਰ ਕਰਕੇ ਕੁਝ ਕੁ ਆਰਾਮ ਕਰਕੇ ਫਿਰ ਪੈਠ ਘਮਾਉਣੀ, ਫਿਰ ਜਲ ਲੈ ਕੇ ਆਉਣਾ। ਇਹ ਨੇਮ ਬਣਾਇਆ ਹੋਇਆ ਸੀ, ਪ੍ਰਤੱਗਿਆ ਕੀਤੀ ਸੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਸਤਿਗੁਰਾਂ ਨੇ ਖਡੂਰ ਸਾਹਿਬ ਨੂੰ ਪੈਠ ਨਹੀਂ ਕੀਤੀ ਕਦੇ। ਤੀਸਰਾ, ਇੱਕ ਮਾਤਾ ਦਾ ਸਪੁੱਤਰ ਚੜ੍ਹਾਈ ਕਰ ਗਿਆ। ਉਸ ਬਜ਼ੁਰਗ ਮਾਤਾ ਨੇ ਆਪਣੇ ਪੁੱਤਰ ਦੀ ਲੋਥ ਚੱਕ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਵਾਜ਼ੇ ਤੇ ਲਿਆ ਕੇ ਰੱਖ ਦਿੱਤੀ। ਕਿਹਾ, ਮਹਾਰਾਜ ਜੀ ਇੱਕ ਸਪੁੱਤਰ ਹੈ, ਉਹ ਵੀ ਅੱਖਾਂ ਦੇ ਸਾਹਮਣੇ ਚਲਿਆ ਗਿਆ। ਗੁਰੂ ਮਹਾਰਾਜ ਜੀ ਨੇ ਉਸ ਮਾਤਾ ਦਾ ਜਿਹੜਾ ਪੁੱਤਰ ਸੀ ਉਹਨੂੰ ਜਿਉਂਦਾ ਕਰ ਦਿੱਤਾ।
ਤੇਈਏ ਤਾਪ ਕਰਕੇ ਉਹ ਚੜ੍ਹਾਈ ਕਰ ਗਿਆ ਸੀ। ਤੇਈਏ ਤਾਪ ਨੂੰ ਕੈਦ ਕਰ ਲੈਣਾ ਕੀਤਾ। ਤੇ ਫਿਰ ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਸੰਸਾਰ ਵਿੱਚ ਕਿਸੇ ਨਾ ਕਿਸੇ ਦਾ ਪੁੱਤਰ ਤਾਂ ਚੜ੍ਹਾਈ ਕਰਦਾ ਹੀ ਹੈ, ਕੋਈ ਰਾਜਾ, ਕੋਈ ਗਰੀਬ, ਅਮੀਰ, ਤੇ ਸਾਰੇ ਸਾਡੇ ਦਰਵਾਜ਼ੇ ਤੇ ਲਿਆ ਕੇ ਆਪਣੇ ਉਹਨਾਂ ਬੱਚਿਆਂ ਦੀਆਂ ਲੋਥਾਂ ਨੂੰ ਰੱਖ ਦਿਆ ਕਰਨਗੇ। ਫਿਰ ਬਚਨ ਕੀਤਾ ਵੀ ਜਿੰਨਾ ਸਮਾਂ ਅਸੀਂ ਗੁਰਤਾ ਗੱਦੀ ਤੇ ਸਰੀਰ ਕਰਕੇ ਇੱਥੇ ਹਾਂ, ਕੋਈ ਵੀ ਕਿਸੇ ਮਾਂ ਬਾਪ ਦਾ ਬੱਚਾ ਕੋਈ ਮਰੇਗਾ ਹੀ ਨਹੀਂ। ਇਹ ਬਚਨ ਕਰ ਦਿੱਤਾ ਵੀ ਇੱਥੇ ਜੰਮ ਆਏਗਾ ਹੀ ਨਹੀਂ। 22 ਸਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਔਰ 22 ਸਾਲ ਗੋਇੰਦਵਾਲ ਸਾਹਿਬ ਵਿੱਚ ਕੋਈ ਮੌਤ ਨਹੀਂ ਹੋਈ। ਬੰਦੇ ਦੀ ਤਾਂ ਕੀ, ਪਸ਼ੂ ਪੰਛੀ ਦੀ ਮੌਤ ਨਹੀਂ ਹੋਈ। ਲੋਕ ਡਰਦੇ ਡਰਦੇ ਬਿਮਾਰੀਆਂ ਤੋਂ ਬਚਣ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਕੇ ਵਸਣ ਲੱਗ ਕੇ ਬਹੁਤ ਜ਼ਿਆਦਾ ਵਸੋਂ ਹੋ ਗਈ ਸੀ। ਜਿੱਥੇ ਭੱਟ ਸਾਹਿਬਾਨਾਂ ਨੇ ਬਚਨ ਕੀਤੇ, ਨਾਮ ਸੁਨਤ ਸਤ ਭਾਨ ਡਰਿਓ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਸੁਣ ਕੇ ਧਰਮ ਰਾਜਾ ਵੀ ਡਰ ਜਾਂਦਾ ਹੈ। ਇਹ ਪ੍ਰਤੱਗਿਆ ਕਰਨਾ ਕੀਤੀਆਂ ਤੇ ਪ੍ਰਤੱਗਿਆ ਪੂਰੀ ਹੋਈ। ਮਹਾਰਾਜ ਕਹਿੰਦੇ, ਹੇ ਸਤਿਗੁਰੂ, ਆਪ ਸਤਿਪੁਰਖਾ, ਸਤ ਬਚਨ ਕਰਨ ਵਾਲੇ, ਸਤ ਪ੍ਰਤੱਗੀ ਹੋ। ਬਿਨੋ ਕਰੋ ਗੁਰ ਪਾਸ, ਐਸੇ ਸਮਰੱਥ ਸਤਿਗੁਰੂ ਜੀਓ, ਮੈਂ ਆਪ ਜੀ ਦੇ ਚਰਨਾਂ ਵਿੱਚ, ਚਰਨਾਂ ਦੇ ਕੋਲ ਇੱਕ ਬੇਨਤੀ ਕਰਦਾ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਅਸੀਂ ਕੀਰੇ ਕਰਮ, ਛੋਟਿਆਂ ਤੋਂ ਛੋਟੇ ਆਪ ਜੀ ਦੇ ਦਾਸ ਹਾਂ। ਕੀੜੇ ਕਹਿੰਦੇ ਨੇ ਬਹੁਤ ਬਰੀਕ ਕੀੜੇ ਹੁੰਦੇ ਜਿਨ੍ਹਾਂ 'ਚ ਹੱਡੀਆਂ ਹੁੰਦੀਆਂ ਨੇ। ਜਿਹੜੇ ਕਰਮ ਹੁੰਦੇ ਨੇ ਉਹਨਾਂ 'ਚ ਕੇਵਲ ਮਾਸ ਹੀ ਹੁੰਦਾ, ਹੱਡੀ ਨਹੀਂ ਹੁੰਦੀ। ਹੇ ਵਾਹਿਗੁਰੂ, ਅਸੀਂ ਇਹੋ ਜਿਹੇ ਛੋਟੇ ਤੋਂ ਛੋਟੇ ਦਾਸ ਹਾਂ ਆਪ ਜੀ ਦੇ। ਸਤਿਗੁਰ ਸਰਨਾਈ, ਤੇ ਸਤਿਗੁਰੂ ਜੀ ਆਪ ਜੀ ਦੀ ਸ਼ਰਨ ਵਿੱਚ ਆਏ। ਕਰ ਦਇਆ ਨਾਮ ਪ੍ਰਗਾਸ, ਸਾਡੇ ਤੇ ਇੱਕ ਦਇਆ ਕਰੋ। ਜਿਵੇਂ ਸਾਨੂੰ ਮਨੁੱਖਾ ਜਨਮ ਬਖਸ਼ਿਆ, ਸਿੱਖਾਂ ਦੇ ਘਰੇ ਜਨਮ ਦਿੱਤਾ ਹੈ, ਤੁਸੀਂ ਸਾਡੇ ਸਮਰੱਥ ਸਤਿਗੁਰੂ ਹੋ, ਸਾਨੂੰ ਆਪਣੀ ਸੰਗਤ ਬਖਸ਼ੀ, ਸੇਵਾ ਵਿੱਚ ਲਾਇਆ, ਤੇ ਹੁਣ ਸਾਡੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਵੀ ਕਰ ਦਿਓ। ਇਹ ਸਾਧ ਸੰਗਤ ਨਿਮਰਤਾ ਵਿੱਚ ਬਚਨ ਹਨ। ਇੱਥੇ ਇਹ ਨਹੀਂ ਸੋਚਣਾ ਕਿ ਸਤਿਗੁਰੂ ਰਾਮਦਾਸ ਮਹਾਰਾਜ ਦੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੈ ਪਰਮਾਤਮਾ ਦੇ ਨਾਮ ਦਾ। ਸਤਿਗੁਰੂ ਜੀ ਤਾਂ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਪੂਰਨ ਪ੍ਰਕਾਸ਼ ਹੈ ਹਿਰਦੇ ਵਿੱਚ। ਪਰ ਜਿਵੇਂ ਇੱਕ ਪਹਿਲੀ ਕਲਾਸ ਦਾ ਵਿਦਿਆਰਥੀ ਹੁੰਦਾ ਹੈ ਨਾ, ਉਹਨੂੰ ਅਧਿਆਪਕ ਮਹਾਰਣੀ ਸਿਖਾਉਣ ਵਾਸਤੇ ਪਹਿਲਾਂ ਅੱਗੇ ਆਪ ਬੋਲਦਾ, ਫਿਰ ਪਿੱਛੇ ਬੁਲਾਉਂਦਾ। ਕੋਈ ਵੀ ਸਬਕ ਪੜ੍ਹਾਉਂਦਾ ਹੈ ਨਾ, ਪਹਿਲਾਂ ਆਪ ਬੋਲਦਾ ਤੇ ਫਿਰ ਪਿੱਛੇ ਪੜ੍ਹਾਉਂਦਾ ਹੈ। ਅਧਿਆਪਕ ਤਾਂ ਸਿੱਖਿਆ ਹੋਇਆ, ਉਹਨੂੰ ਕੀ ਪੜ੍ਹਾਉਣ ਦੀ ਜ਼ਰੂਰਤ ਹੈ, ਪਰ ਉਹ ਵਿਦਿਆਰਥੀ ਨੂੰ ਸਿਖਾਉਣ ਵਾਸਤੇ ਆਪ ਅੱਗੇ ਬੋਲਦਾ ਤੇ ਪਿੱਛੇ ਵਿਦਿਆਰਥੀ ਬੋਲਦਾ। ਵਿਦਿਆਰਥੀ ਨੂੰ ਸਿੱਖਣ ਦੀ ਲੋੜ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਉੱਤਮ ਅਧਿਕਾਰੀ ਦੀ ਤਰ੍ਹਾਂ ਸਾਨੂੰ ਗੁਰਬਾਣੀ ਵਿੱਚ ਬਹੁਤ ਐਸੇ ਬੇਨਤੀਆਂ ਵਾਲੇ ਸ਼ਬਦ ਉਪਦੇਸ਼ ਬਖਸ਼ਦੇ ਨੇ ਸਾਡੇ ਸਿੱਖਾਂ ਦੇ ਭਲੇ ਵਾਸਤੇ, ਕਿ ਅਸੀਂ ਉਸ ਸ਼ਬਦ ਦੇ ਭਾਵ ਨੂੰ ਸਮਝ ਕੇ ਆਪਣੇ ਹਿਰਦੇ ਵਿੱਚੋਂ ਗੁਰੂ ਅੱਗੇ ਬੇਨਤੀ ਕਰੀਏ ਤਾਂ ਸਾਡਾ ਭਲਾ ਹੋ ਜਾਂਦਾ ਹੈ। ਸਿੱਖ ਨੂੰ ਕਿਵੇਂ ਗੁਰੂ ਸਾਹਿਬਾਂ ਅੱਗੇ ਬੇਨਤੀ ਕਰਨੀ ਹੈ,
ਜਿੱਥੇ ਮਹਾਰਾਜ ਬਚਨ ਕਰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਨੂੰ ਕੌਣ ਪੁੱਛਦਾ ਸੀ, ਪਰ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਅਸੀਂ ਨੀਚ, ਨੀਵਿਆਂ ਤੋਂ ਨੀਵੇਂ, ਉਹਨਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਨਾ ਹੀ ਮਹਾਰਾਜ ਨੇ ਕੋਈ ਜਾਤ ਦੇਖੀ, ਨਾ ਹੀ ਕੋਈ ਪਾਤ। ਜਿੱਥੇ ਭਾਈ ਮੁਰਾਰੀ ਵਰਗੇ ਜਿਹੜੇ ਕੋੜੀ ਸਨ, ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆ ਕੇ ਐਸੀ ਬੇਨਤੀ ਕੀਤੀ, ਐਸਾ ਪ੍ਰੇਮ ਬਣ ਗਿਆ, ਗੁਰੂ ਮਹਾਰਾਜ ਨੇ ਕੋੜ ਵੀ ਦੂਰ ਕਰ ਦਿੱਤਾ, ਸਿੱਖੀ ਵੀ ਬਖਸ਼ ਦਿੱਤੀ, ਆਨੰਦ ਕਾਰਜ ਵੀ ਕਰ ਦਿੱਤਾ, ਤੇ ਦੋਹਾਂ ਪਤੀ ਸਤੀ ਨੂੰ ਗੁਰੂ ਘਰ ਦੀ ਸੇਵਾ ਵਿੱਚ ਲਾ ਦਿੱਤਾ। 22 ਮੰਜੀਆਂ ਵਿੱਚੋਂ ਇੱਕ ਮੰਜੀ ਬਖਸ਼ੀ ਭਾਈ ਮੁਰਾਰੀ ਨੂੰ। ਮਥੋ ਇਹਨਾਂ ਦੀ ਇਸਤਰੀ ਦਾ ਨਾਮ ਸੀ, ਔਰ ਇਹ ਬਚਨ ਕਰ ਦਿੱਤਾ, ਜਿਹੜਾ ਇਹਨਾਂ ਦਾ ਨਾਮ ਜਪੇਗਾ ਮਥੋ ਮੁਰਾਰੀ, ਉਹ ਇਸ ਸੰਸਾਰ ਤੋਂ ਪਾਰ ਹੋ ਜਾਏਗਾ। ਤੇ ਬੜੇ ਤਿਆਗੀ ਸਨ, ਬੜੇ ਨਾਮ ਸਿਮਰਨ ਵਾਲੇ ਤਿਆਗੀ ਮਹਾਂਪੁਰਖ ਸਨ। ਇਸ ਤਰ੍ਹਾਂ ਮਹਾਰਾਜ ਬਚਨ ਕਰਦੇ, ਹੇ ਸਤਿਗੁਰੂ ਜੀ, ਸਾਡੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰੋ। ਅਸੀਂ ਆਪ ਜੀ ਦੇ ਦਾਸਾਂ ਦੇ ਦਾਸ, ਸਤਿਗੁਰੂ ਜੀ ਆਪ ਜੀ ਦੀ ਸ਼ਰਨ ਵਿੱਚ ਆਏ। ਸਤਿਗੁਰ ਆਇਓ ਸਰਣ ਤੁਹਾਲੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਸਾਡੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰੋ, ਨਾਮ ਦਾ ਆਤਮਿਕ ਸੁੱਖ ਬਖਸ਼ੋ, ਭਗਤੀ ਦੀ ਸੋਭਾ ਵਡਿਆਈ ਬਖਸ਼ੋ, ਦੁਨੀਆ ਦੀਆਂ ਮਾਇਆ ਦੀਆਂ ਵਿਕਾਰਾਂ ਦੀਆਂ ਚਿੰਤਾਵਾਂ ਤੋਂ ਸਾਨੂੰ ਛੁਡਾ ਲਓ। ਇਸ ਤਰ੍ਹਾਂ ਅਗਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੇ ਹਮ ਨਿਰਗੁਣ ਲਿਹੋ। ਗੁਰਸਿੱਖ ਨੇ ਗੁਰੂ ਅੱਗੇ ਕਿਵੇਂ ਬੇਨਤੀ ਕਰਨੀ, ਇਹ ਸਾਨੂੰ ਸਤਿਗੁਰੂ ਸਿਖਾ ਰਹੇ ਆ। ਮੇਰੇ ਮੀਤ ਗੁਰਦੇਵਾ, ਮੋਹ ਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ, ਹੇ ਮੇਰੇ ਗੁਰਦੇਵ, ਗੁਰੂ ਦੇਵ ਪ੍ਰਕਾਸ਼ ਸਰੂਪ, ਮੇਰੇ ਮਾਤਾ ਪਿਤਾ, ਮੇਰੇ ਹਿਰਦੇ ਵਿੱਚ ਮੋਹ ਕੋ ਰਾਮ ਨਾਮ ਪ੍ਰਕਾਸ਼, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕਰ ਦੇਣਾ ਕਰੋ। ਮੇਰੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੇ ਗੁਣ ਵਸ ਜਾਣ। ਨਾਮ ਦਾ ਪਿਆਰ, ਨਾਮ ਦਾ ਸਰੂਪ, ਨਾਮ ਦੀ ਯਾਦ ਮੇਰੇ ਹਿਰਦੇ 'ਚ ਦੇ ਦੇਣਾ ਕਰੋ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਜਿਹੜਾ ਗੁਰਮਤ ਧਾਰਨ ਕਰਕੇ, ਗੁਰੂ ਦੀ ਮੱਤ ਲੈ ਕਰਕੇ ਨਾਮ ਜਪਣਾ, ਜਿਹੜਾ ਗੁਰਮਤ ਦੁਆਰਾ ਨਾਮ ਪ੍ਰਾਪਤ ਹੋਣਾ, ਇਹ ਮੇਰੇ ਪ੍ਰਾਣਾਂ ਦਾ ਸਖਾ ਹੈ। ਜਿਵੇਂ ਕਹਿੰਦੇ, ਕਿਸੇ ਸਿੱਖ ਨੇ ਮਹਾਤਮਾ ਦੀ ਜਾ ਕਰਕੇ ਸੇਵਾ ਕੀਤੀ। ਜਦੋਂ ਸੇਵਾ ਕੀਤੀ ਤੇ 1 ਸਾਲ ਬਤੀਤ ਹੋ ਗਿਆ। ਫਿਰ ਬੇਨਤੀ ਕੀਤੀ, ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਲਿਆ ਕੇ ਆਖਿਆ ਵੀ ਕਹਿ ਵਾਹਿਗੁਰੂ। ਉਹ ਕਹੇ ਨਾ, 2-3 ਵਾਰ ਕਹਾਇਆ। ਕਹਿਣ ਲੱਗਿਆ, ਜੇ ਮੈਥੋਂ ਵਾਹਿਗੁਰੂ ਹੀ ਕਹਾਉਣਾ ਸੀ ਤੇ ਫਿਰ ਇੰਨੀ ਸੇਵਾ ਕਰਨ ਦਾ ਕੀ ਫਲ? ਇਹ ਤਾਂ ਮੈਂ ਪਹਿਲਾਂ ਵੀ ਕਹਿ ਲੈਂਦਾ ਸੀ। ਜਦੋਂ ਮੈਂ ਛੋਟਾ ਹੁੰਦਾ ਸੀ, ਮੇਰੀ ਮਾਂ ਕਹਿੰਦੀ ਸੀ, ਪੁੱਤ ਉੱਠ ਵਾਹਿਗੁਰੂ ਕਹਿ, ਉਦੋਂ ਵੀ ਕਿਹਾ। ਆਪਣੇ ਪਿਓ ਨਾਲ ਖੇਤ ਜਾਂਦਾ ਸੀ, ਮੇਰਾ ਪਿਤਾ ਖੇਤੀ ਕਰਦਾ, ਤੇ ਉਸ ਸਮੇਂ ਜਦੋਂ ਫਸਲ ਬੀਜਣੀ, ਉਦੋਂ ਵੀ ਵਾਹਿਗੁਰੂ ਕਹਿਣਾ।
ਜਦੋਂ ਬਿਮਾਰ ਹੋਣਾ ਉਦੋਂ ਵੀ ਕਹਿਣਾ। ਤਾਂ ਉਸ ਸਮੇਂ ਮਹਾਤਮਾ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਆਪਣੇ ਕੋਲੋਂ ਇੱਕ ਲਾਲ ਦੇਣਾ ਕੀਤਾ। ਕਿਹਾ ਇਸ ਨੂੰ ਬਾਜ਼ਾਰ ਵੇਚ ਕੇ ਆ। ਉਹ ਤੁਰ ਪਿਆ। ਬਾਜ਼ਾਰ ਵਿੱਚ ਇੱਕ ਸਬਜ਼ੀ ਵਾਲੀ ਦੁਕਾਨ ਤੇ ਚਲਿਆ ਗਿਆ। ਉਹ ਕਹਿਣ ਲੱਗਿਆ ਭਾਈ ਤੈਨੂੰ ਮੈਂ ਇਹਦੇ ਵੱਟੇ ਕੋਈ ਸਬਜ਼ੀ ਦੇ ਦਿਆਂਗਾ, ਤੂੰ ਮੈਨੂੰ ਇਹ ਪੱਥਰ ਹੀ ਹੈ ਨਾ, ਮੇਰੇ ਸਬਜ਼ੀ ਤੋਲਣ ਦੇ ਕੰਮ ਆ ਜਾਏਗਾ, ਦੇ ਦੇ। ਉੱਥੋਂ ਫਿਰ ਅੱਗੇ ਕਰਿਆਨੇ ਦੀ ਦੁਕਾਨ ਤੇ ਚਲਿਆ ਗਿਆ। ਉਹ ਕਹਿੰਦਾ ਤੂੰ ਮੇਰੇ ਕੋਲੋਂ ਕੋਈ ਸੌਦਾ ਪੱਤਾ ਲੈ ਜਾ, ਇਹ ਚਮਕਦਾ ਪੱਥਰ ਮੈਨੂੰ ਦੇ ਦੇ, ਮੇਰੇ ਕੰਮ ਆ ਜੂ, ਮੈਂ ਰੱਖ ਲੂੰ ਇੱਥੇ। ਕਿਸੇ ਸ਼ਾਹੂਕਾਰ ਨੂੰ ਦਿਖਾਇਆ ਤੇ ਸਾਧ ਸੰਗਤ ਉਹ ਅੱਗੋਂ ਕਹਿਣ ਲੱਗਿਆ ਵੀ ਤੈਨੂੰ ਮੈਂ 100 ਰੁਪਇਆ ਦੇ ਦਿੰਦਾ, ਮੇਰੇ ਕੋਲ ਪੈਸੇ ਹੈਗੇ ਆ, ਮੇਰੇ ਬੱਚੇ ਦੇ ਗਲ ਵਿੱਚ ਪਾ ਦੇਵਾਂਗੇ, ਸੋਹਣਾ ਪੱਥਰ ਹੈ, ਚਮਕਦਾ। ਫਿਰ ਇੱਕ ਜੌਹਰੀ ਨੂੰ ਦਿਖਾਇਆ ਤੇ ਜੌਹਰੀ ਨੇ ਜਦੋਂ ਉਹਦੀ ਪਰਖ ਕੀਤੀ, ਵੇਖਿਆ ਵੀ ਇਹਦਾ ਕੋਈ ਮੁੱਲ ਨਹੀਂ ਦੇ ਸਕਦਾ, ਇਹਦੀ ਕੇਵਲ ਦਰਸ਼ਨੀ ਭੇਟਾ ਹੀ ਦੇ ਸਕਦਾ। 100 ਰੁਪਇਆ ਉਹਦੀ ਦਰਸ਼ਨੀ ਭੇਟਾ ਦੇ ਦਿੱਤੀ ਵੀ ਇਹਦੀ ਦਰਸ਼ਨੀ ਭੇਟਾ 100 ਰੁਪਇਆ। ਫਿਰ ਆ ਕਰਕੇ ਮਹਾਂਪੁਰਖਾਂ ਨੂੰ ਕਹਿਣ ਲੱਗਿਆ ਜੀ ਇਸ ਤਰ੍ਹਾਂ ਇਹਦਾ ਮੁੱਲ ਪਿਆ। ਮਹਾਂਪੁਰਖ ਕਹਿੰਦੇ ਭਾਈ ਤੈਨੂੰ ਅਸੀਂ ਇਹ ਦੱਸਣ ਵਾਸਤੇ ਕਿ ਪ੍ਰਮਾਤਮਾ ਦਾ ਨਾਮ ਵੀ ਇੱਕ ਲਾਲ ਹੈ, ਇਹ ਤਾਂ ਸਮਝ ਲਾ ਵੀ ਜਿਵੇਂ ਤੂੰ ਕਹਿੰਦਾ ਸੀ ਜਦੋਂ ਮੈਂ ਬਿਮਾਰ ਹੋ ਜਾਂਦਾ ਉਦੋਂ ਵੀ ਨਾਮ ਲਿਆ ਪ੍ਰਮਾਤਮਾ ਦਾ। ਜਦੋਂ ਮੈਂ ਛੋਟਾ ਹੁੰਦਾ ਸੀ ਮੇਰੀ ਮਾਂ ਨੇ ਵੀ ਨਾਮ ਕਹਾਇਆ। ਕਿਸੇ ਸਬਜ਼ੀ ਵਾਲੇ ਨੇ ਜਿੰਨਾ ਕੁ ਤੈਨੂੰ ਇਹਦਾ ਮੁੱਲ ਦੱਸਿਆ ਬਸ ਓਨਾ ਕੁ ਮੁੱਲ ਸੀ ਕਿ ਤੇਰੀ ਮਾਂ ਕਹਿ ਦਿੰਦੀ ਸੀ ਵੀ ਉੱਠ ਪੁੱਤ ਵਾਹਿਗੁਰੂ ਕਹਿ, ਇੰਨਾ ਕੁ ਮੁੱਲ ਸੀ। ਜਿਵੇਂ ਕਿਸੇ ਸੌਦੇ ਵਾਲੀ ਦੁਕਾਨ ਤੇ ਗਿਆ ਤੇ ਉਹਨੇ ਤੈਨੂੰ ਥੋੜਾ ਬਹੁਤਾ ਸੌਦਾ ਦੇ ਦੇਣਾ ਸੀ, ਖੰਡ ਚਾਹ ਪੱਤੀ ਦੇ ਦੇਣੀ ਸੀ, ਕੋਈ ਹੋਰ ਮਸਾਲਾ ਜਾਂ ਕੋਈ ਹੋਰ ਵਸਤੂ ਮਿਲ ਜਾਣੀ ਸੀ, ਉਹਦਾ ਬਸ ਇੰਨਾ ਕੁ ਫਲ ਮਿਲਣਾ ਸੀ ਕਿ ਜਿੰਨਾ ਕੁ ਤੂੰ ਕਹਿਣਾ ਵੀ ਮੈਂ ਕਿਸੇ ਬਿਮਾਰ ਸਮੇਂ ਨਾਮ ਜਪਿਆ। ਫਿਰ ਜਿਹੜਾ ਸਾਧ ਸੰਗਤ ਵਿੱਚ ਜਾ ਕਰਕੇ ਕਿਤੇ ਨਾਮ ਲੈ ਲਿਆ, ਇਹ ਕਿਤੇ ਭੁਲੇਖੇ ਦੇ ਨਾਲ ਜਾਂ ਕਿਤੇ ਆ ਕਰਕੇ ਸੰਗਤ ਕੀਤੀ, ਸੰਗਤ ਵਿੱਚੋਂ ਸੁਣ ਲਿਆ ਵੀ ਨਾਮ ਬੜਾ ਅਮੋਲਕ ਹੈ, ਨਾਮ ਦੀ ਇੰਨੀ ਵਡਿਆਈ, ਕੋਈ ਸਾਖੀ ਸੁਣ ਲਈ, ਤਦੋਂ ਮੂੰਹ ਤੋਂ ਵਾਹਿਗੁਰੂ ਸੁੱਤੇ ਨਿਕਲ ਪਿਆ, ਵਾਹਿਗੁਰੂ ਤੂੰ ਧੰਨ ਹੈ। ਕਦੇ ਗਿਆਨ ਦਾ ਉਪਦੇਸ਼ ਸੁਣ ਲਿਆ ਤੇ ਵਾਹਿਗੁਰੂ ਰਸਨਾ ਤੋਂ ਕਹਿ ਦਿੱਤਾ, ਉਹਦਾ ਫਲ ਇੰਨਾ ਕੁ ਹੈ ਜਿੰਨਾ ਕਿ ਤੈਨੂੰ ਸ਼ਾਹੂਕਾਰ ਨੇ ਕਿਹਾ ਵੀ 100 ਰੁਪਇਆ ਲੈ ਲਾ ਸਾਧ ਸੰਗਤ ਜਪਣ ਦਾ। ਜਿਹੜਾ ਗੁਰੂ ਸਾਹਿਬਾਂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਗੁਰਮਤਿ ਧਾਰਨ ਕਰਕੇ, ਜਿਵੇਂ ਸਤਿਗੁਰਾਂ ਨੇ ਸਾਨੂੰ ਆਖਿਆ ਨੇ ਵੀ ਗੁਰਸਿੱਖ ਅੰਮ੍ਰਿਤਧਾਰੀ ਹੋ ਕਰਕੇ 5 ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰੇ, ਰਹਿਤ ਰੱਖੇ। ਜਿਹੜਾ ਉਹ ਨਾਮ ਪ੍ਰਾਪਤ ਕਰਨਾ ਹੈ ਉਹ ਹੈ ਅਮੁੱਲਕ, ਜਿਹਦਾ ਕੋਈ ਮੁੱਲ ਨਹੀਂ ਦੇ ਸਕਦਾ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਕਾਸ਼। ਜਿਨ੍ਹਾਂ ਨੇ ਫਿਰ ਇਸ ਤਰ੍ਹਾਂ ਨਾਮ ਜਪਿਆ ਸਾਧ ਸੰਗਤ, ਫਿਰ ਉਹ ਸਤਿਗੁਰਾਂ ਦਾ ਸਰੂਪ ਹੋ ਜਾਂਦੇ ਨੇ। ਨਾਮ ਜਪਦਿਆਂ ਜਪਦਿਆਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ। ਮਹਾਂਪੁਰਖ ਕਹਿਣ ਲੱਗੇ ਇਹ ਨਾਮ ਜਿਹੜਾ ਤੈਨੂੰ ਸੇਵਾ ਕਰਕੇ ਗੁਰਮਤਿ ਧਾਰਨ ਕਰਕੇ ਪ੍ਰਾਪਤ ਹੋਣਾ ਹੈ, ਇਹ ਅਮੁੱਲਕ ਹੈ,
ਤੇ ਸਤਿਗੁਰੂ ਜੀ ਸਾਨੂੰ ਇੱਥੇ ਦੱਸਦੇ ਨੇ, ਭਾਈ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਜਿਹੜਾ ਗੁਰੂ ਦੀ ਮੱਤ ਲੈ ਕਰਕੇ ਗੁਰਮਤਿ, ਜਿਵੇਂ ਸਤਿਗੁਰਾਂ ਨੇ ਕਿਹਾ ਵੀ ਇਸ ਤਰ੍ਹਾਂ ਨਾਮ ਜਪਣਾ, ਉਹ ਮੇਰੇ ਪ੍ਰਾਣਾਂ ਦਾ ਸਖਾ ਹੈ। ਜਿੱਥੋਂ ਤੱਕ ਮੇਰੇ ਪ੍ਰਾਣ ਜਾਣਗੇ ਨਾ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੈ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਕਰੋੜਾਂ ਪਾਪ ਨਾਸ ਹੋ ਜਾਂਦੇ। ਉਹ ਗੁਰਮਤਿ ਦੇ ਨਾਲ ਪ੍ਰਾਪਤ ਕੀਤਾ ਨਾਮ ਹੈ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। हे ਸਤਿਗੁਰੂ ਜੀ, ਜਿਹੜੀ ਹਰੀ ਪਰਮਾਤਮਾ ਦੀ ਕੀਰਤੀ ਹੈ, ਉਹ ਸਾਡੀ ਰਹੁ ਰੀਤੀ ਬਣ ਜਾਏ, ਸਾਡੀ ਮਰਿਆਦਾ ਸਾਡੇ ਅੰਦਰ ਰਹਿ ਆਵੇ। ਰਹਿ ਰਾਸ ਸ਼ਬਦ ਤੋਂ ਸਾਧ ਸੰਗਤ ਬਾਣੀ ਦਾ ਨਾਮ ਵੀ ਰਹਿ ਰਾਸ ਸਾਹਿਬ ਹੈ, ਇਹ ਵੀ ਜਾਣਨਾ। ਰਹਾਉ ਹਰ ਜਨ ਕੀ ਵੱਡ ਭਾਗ ਵਡੀਰੀ, ਜਿਨ ਹਰ ਹਰ ਸਰਦਾ ਹਰ ਪਿਆਸ। ਵਿਸ਼ਰਾਮ ਦੇ ਕੇ ਸਤਿਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਜਿਹੜੇ ਹਰੀ ਦੇ ਜਨ ਭਗਤ ਹਨ, ਉਹਨਾਂ ਦੇ ਭਾਗ ਵੱਡਿਆਂ ਤੋਂ ਵੱਡੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਹਰ ਹਰ ਪਰਮੇਸ਼ਰ ਦੇ ਨਾਮ ਦੀ ਸ਼ਰਧਾ ਹੈ, ਪਰਮੇਸ਼ਰ ਦੇ ਨਾਮ ਦੀ ਪਿਆਸ ਹੈ। ਨਾਮ ਸੁਣ ਕੇ ਮਨ 'ਚ ਸ਼ਰਧਾ ਪੈਦਾ ਹੁੰਦੀ ਹੈ, ਤੇ ਨਾਮ ਸੁਣ ਕੇ ਮਨ 'ਚ ਪਿਆਸ ਪੈਦਾ ਹੁੰਦੀ ਹੈ ਕਿ ਨਾਮ ਜਪਣਾ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ, ਮਿਲ ਸੰਗਤ ਗੁਣ ਪ੍ਰਗਾਸ। ਹਰ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਸਾਰਿਆਂ ਦੇ ਦੁੱਖਾਂ ਪਾਪਾਂ ਨੂੰ ਨਾਸ ਕਰਨ ਵਾਲਾ ਜੋ ਵਾਹਿਗੁਰੂ ਦਾ ਨਾਮ ਜਦੋਂ ਪ੍ਰਾਪਤ ਹੋ ਜੇ, ਤਾਂ ਉਹ ਗੁਰਮੁਖ ਅਤਿਸ਼ੈ ਕਰਕੇ ਤ੍ਰਿਪਤ ਹੋ ਜਾਂਦੇ ਨੇ ਮਨ ਕਰਕੇ। ਮਿਲ ਸੰਗਤ ਗੁਣ ਪ੍ਰਗਾਸ, ਜੋ ਸੰਗਤ ਵਿੱਚ ਆ ਕੇ ਮਿਲਦੇ ਹਨ, ਗੁਰੂ ਦੀ ਸੰਗਤ, ਉੱਥੇ ਉਹਨਾਂ ਦੇ ਹਿਰਦੇ 'ਚ ਸਤ ਸੰਤੋਖ ਦਇਆ ਧਰਮ ਵਿਚਾਰ ਸਾਰੇ ਗੁਣ ਆ ਕੇ ਪ੍ਰਕਾਸ਼ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜਿਨ੍ਹਾਂ ਮਨਮੁਖਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਰੂਪ ਰਸ ਨੂੰ ਪ੍ਰਾਪਤ ਨਹੀਂ ਕੀਤਾ, ਭਾਵ ਨਾਮ ਨਹੀਂ ਜਪਿਆ, ਨਾਮ 'ਚੋਂ ਰਸ ਨਹੀਂ ਆਇਆ, ਜਿਨ੍ਹਾਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ, ਤੇ ਭਾਗਹੀਨ ਜਮ ਪਾਸ, ਜੋ ਉਹ ਭਾਗਾਂ ਤੋਂ ਹੀਨੇ ਜਮ ਦੇ ਪਾਸ ਜਾਂਦੇ ਨੇ। ਭਾਵ ਉਹਨਾਂ ਨੂੰ ਜਮ ਲੈ ਕੇ ਜਾਂਦਾ ਹੈ, ਦੁੱਖ ਦਿੰਦਾ ਹੈ, ਸਜ਼ਾਵਾਂ ਦਿੰਦਾ ਹੈ, ਜੂਨਾਂ 'ਚ ਪਾਉਂਦਾ ਹੈ। ਜੋ ਸਤਿਗੁਰ ਸਰਣ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਹੇ ਭਾਈ, ਜੋ ਕਦੇ ਸਤਿਗੁਰਾਂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਸਤਿਗੁਰਾਂ ਦੀ ਸ਼ਰਨ ਵਿੱਚ ਜਿਹੜੀ ਸੰਗਤ ਲੱਗੀ ਹੋਈ ਹੈ ਨਾ, ਉੱਥੇ ਆ ਕੇ ਬੈਠਦੇ ਨਹੀਂ, ਕਥਾ ਕੀਰਤਨ ਬਾਣੀ ਨਹੀਂ ਸੁਣਦੇ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਤ੍ਰਿਗ ਸ਼ਬਦ ਜਿਹੜਾ ਸਾਧ ਸੰਗਤ ਕਹਿੰਦੇ, ਇੱਕ ਲਾਹਨਤ ਹੁੰਦੀ ਹੈ, ਇੱਕ ਫਿੱਟੇ ਮੂੰਹ ਹੁੰਦਾ ਹੈ, ਤੇ ਇੱਕ ਹੁੰਦਾ ਤ੍ਰਿਗ। ਇਹ ਅਪਮਾਨਕ ਸ਼ਬਦ ਹਨ, ਕਿਸੇ ਦਾ ਅਪਮਾਨ ਕਰਨ ਵਾਸਤੇ। ਜੇ ਕਿਸੇ ਨੂੰ 100 ਵਾਰ ਫਿੱਟ ਦਈਏ ਤੇ ਇੱਕ ਲਾਹਨਤ ਬਣਦੀ ਹੈ, ਜੇ ਕਿਸੇ ਨੂੰ 100 ਲਾਹਨਤ ਪਾ ਦਈਏ ਤੇ ਇੱਕ ਤ੍ਰਿਗ ਬਣਦੀ ਹੈ। ਮਹਾਰਾਜ ਕਹਿੰਦੇ, ਉਹ ਜਿੰਨਾ ਜੀਵਨ ਪਿੱਛੇ ਜਿਉਂ ਚੁੱਕੇ ਨੇ, ਉਹ ਵੀ ਤ੍ਰਿਗ ਹੈ, ਤੇ ਜਿੰਨਾ ਉਹ ਅੱਗੇ ਜੀਵਾਸ, ਹੋਰ ਜੀਵਨ ਜਿਉਣ ਦੀ ਆਸ ਰੱਖੀ ਫਿਰਦੇ ਨੇ, ਵੀ ਇੰਨੇ ਕੁ ਸਾਲ ਮੈਂ ਜਿਉਂ ਪੈਣਾ, ਹੋਰ ਜਿੰਨਾ ਕੁ ਉਹਦਾ ਜੀਵਨ ਹੈਗਾ, ਉਹ ਵੀ ਮਹਾਰਾਜ ਕਹਿੰਦੇ ਤ੍ਰਿਗ ਹੀ ਹੋਵੇਗਾ। ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ, ਸੰਗਤ ਵਿੱਚ ਨਹੀਂ ਆਉਂਦੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਨੇ ਹਰ ਜਨ ਸਤਿਗੁਰ ਸੰਗਤ ਪਾਈ, ਜਿਹੜੇ ਹਰੀ ਦੇ ਜਨ, ਪਰਮਾਤਮਾ ਦੇ ਪਿਆਰੇ, ਸਤਿਗੁਰਾਂ ਦੀ ਸੰਗਤ ਪ੍ਰਾਪਤ ਕਰਦੇ ਹਨ, ਤਿਨ ਧੁਰ ਮਸਤਕ ਲਿਖਿਆ ਲਿਖਾਸ।
ਮਹਾਰਾਜ ਕਹਿੰਦੇ ਉਹਨਾਂ ਦੇ ਮਸਤਕ ਵਿੱਚ ਵਾਹਿਗੁਰੂ ਨੇ ਧੁਰੋਂ ਲਿਖਿਆ ਹੋਇਆ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹੁਣ ਅਸੀਂ ਸੰਗਤ 'ਚ ਬੈਠੇ ਹਾਂ, ਕਈ ਵਾਰ ਸਾਨੂੰ ਐਸੇ ਵਿਘਨ ਪੈ ਜਾਂਦੇ ਨੇ, ਸੰਗਤ 'ਚ ਨਹੀਂ ਆਇਆ ਜਾਂਦਾ। ਨਹੀਂ, ਆਪੋਂ ਕੋਈ ਸੰਗਤ ਕਰ ਸਕਦਾ ਹੋਵੇ ਤਾਂ ਸਾਰੇ ਆ ਕੇ ਬਹਿ ਜਾਣ ਭਾਈ, ਸਾਰੀ ਸੰਗਤ ਫਿਰ ਤਾਂ ਪੰਡਾਲਾਂ ਦੇ ਪੰਡਾਲ ਭਰੇ ਹੀ ਰਹਿਣ। ਤਾਂ ਮਹਾਰਾਜ ਕਹਿੰਦੇ ਜਿਹਦੇ ਮਸਤਕ 'ਚ ਵਾਹਿਗੁਰੂ ਨੇ ਲੇਖਾ ਲਿਖਿਆ ਨਾ ਵੀ ਇਹਨੇ ਸੰਗਤ ਕਰਨੀ ਹੈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੇ। ਸੰਗਤ ਵਿੱਚ ਵੀ ਆਪ ਲੈ ਕੇ ਆਉਂਦਾ, ਆਪ ਹੀ ਗੁਣ ਬਖਸ਼ਦਾ, ਆਪ ਹੀ ਸੱਚ ਦੀ ਸੋਝੀ ਦਿੰਦਾ ਹੈ, ਝੂਠ ਤੋਂ ਔਗਣਾ ਤੋਂ ਛਡਾਉਂਦਾ ਵੀ ਆਪ ਹੀ ਹੈ। ਇਹ ਮਸਤਕ ਵਿੱਚ ਲਿਖਿਆ ਹੋਇਆ ਹੈ। ਜਿਹਦੇ ਕਿਰਪਾ ਹੋਊਗੀ ਵਾਹਿਗੁਰੂ ਤੋਂ। ਧੰਨ ਧੰਨ ਸਤ ਸੰਗਤ, ਜਿਨ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਕਾਸ਼। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਤੇਰੀ ਸਤ ਸੰਗਤ ਧੰਨ ਹੈ, ਧੰਨ ਹੈ। ਜਿੱਥੋਂ ਹਰੀ ਦੇ ਨਾਮ ਦਾ ਰਸ ਪ੍ਰਾਪਤ ਕੀਤਾ, ਮਿਲ ਜਨ ਨਾਨਕ ਨਾਮ ਪ੍ਰਕਾਸ਼, ਤੇਰੇ ਜਨਾਂ ਨਾਲ ਮਿਲ ਕਰਕੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਜਨ ਸਤ ਸੰਗਤ ਨਾਲ ਮਿਲ ਜਾਂਦੇ ਨੇ, ਉਹਨਾਂ ਦੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਦੇਖੋ ਸਾਧ ਸੰਗਤ, ਪਹਿਲਾਂ ਬਚਨ ਕੀਤਾ ਮਹਾਰਾਜ ਸਾਡੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਦਿਓ, ਫਿਰ ਬਚਨ ਕੀਤਾ ਵੀ ਨਾਮ ਦਾ ਪ੍ਰਕਾਸ਼ ਜੇ ਚਾਹੁੰਦਾ ਤੇ ਸਾਧ ਸੰਗਤ ਕਰਿਆ ਕਰ। ਕਿਰਪਾ ਦੇ ਪਾਤਰ ਬਣੀਦਾ, ਗੁਰੂ ਦੇ ਸੰਗੀ ਬਣ ਕੇ। ਇੱਕ ਹੁੰਦੀ ਸੰਗਤ, ਕੁਝ ਬੰਦਿਆਂ ਦੇ ਇਕੱਠ ਨੂੰ ਕਹਿੰਦੇ ਨੇ ਸੰਗਤ। ਇੱਕ ਹੁੰਦੀ ਸਾਧ ਸੰਗਤ, ਕਿਸੇ ਮਹਾਂਪੁਰਖ ਦੀ, ਪਰਮੇਸ਼ਰ ਦੇ ਪਿਆਰੇ ਭਗਤ ਸੰਤ ਦੇ ਕੋਲ ਬੈਠ ਕਰਕੇ ਉਹਨਾਂ ਦੇ ਬਚਨ ਸੁਣਨੇ, ਉਹਨਾਂ ਕੋਲੋਂ ਕਥਾ ਕੀਰਤਨ ਸੁਣਨਾ, ਇਹ ਹੁੰਦੀ ਸਾਧ ਸੰਗਤ। ਇੱਕ ਹੁੰਦੀ ਸਤ ਸੰਗਤ, ਜਿਹੜੀ ਸਤਿਗੁਰਾਂ ਦੀ ਹਜ਼ੂਰੀ 'ਚ ਹੋਵੇ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ 'ਚ ਬੈਠੇ ਹਾਂ ਨਾ, ਇਹ ਹੈ ਸਤ ਸੰਗਤ। ਤੇ ਮਹਾਰਾਜ ਬਚਨ ਕੀਤੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ। ਇੱਕ ਹੁੰਦੀ ਕੁਸੰਗਤ, ਜਿੱਥੇ ਭੈੜੇ ਔਗਣ ਸਿੱਖੇ ਜਾਣ, ਭੈੜੀਆਂ ਆਦਤਾਂ, ਜਿੱਥੇ ਗੁਣ ਛੁੱਟ ਜਾਣ, ਜਿੱਥੇ ਆਪਣੇ ਦਾਦੇ ਪੜਦਾਦੇ, ਆਪਣੇ ਪਰਿਵਾਰ ਦੀ ਲਾਜ ਨਾ ਆਵੇ, ਸ਼ਰਮ ਨਾ ਆਵੇ, ਕੁਰੀਤੀਆਂ ਕਰਨ ਲੱਗ ਜਾਵੇ, ਭੈੜੀਆਂ ਬਦ ਫੈਲੀਆਂ ਵਿੱਚ ਪੈ ਜਾਵੇ ਮਨੁੱਖ, ਉਹਨੂੰ ਕਹਿੰਦੇ ਨੇ ਕੁਸੰਗਤ। ਅਸੀਂ ਸਾਧ ਸੰਗਤ ਵੀ ਕਰਨੀ ਹੈ ਤੇ ਸਤ ਸੰਗਤ ਵੀ ਕਰਨੀ ਹੈ। ਸੋ ਸਤਿਗੁਰੂ ਜੀ ਨੇ ਇਹ ਸਾਨੂੰ ਉਪਦੇਸ਼ ਬਖਸ਼ਿਆ। ਅੱਜ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦਾ ਸਾਕਾ ਵੀ ਹੈ। ਸਾਧ ਸੰਗਤ 1922 ਦੇ ਵਿੱਚ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਨਾ, ਉਸ ਸਮੇਂ ਅੰਗਰੇਜ਼ ਪੁਲਿਸ ਵੱਲੋਂ ਮੋਰਚੇ ਦੇ ਸਿੰਘਾਂ ਨੂੰ ਕੈਦ ਕਰਕੇ ਰੇਲ ਗੱਡੀ ਤੇ ਲਿਜਾਇਆ ਜਾਂਦਾ ਸੀ। ਪੰਜਾ ਸਾਹਿਬ ਤੋਂ ਭਾਈ ਪ੍ਰਤਾਪ ਸਿੰਘ ਜੀ ਤੇ ਇਹਨਾਂ ਦੇ ਨਾਲ ਹੋਰ ਗੁਰਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਨ, ਬੜੀ ਸ਼ਰਧਾ ਵਾਲੇ, ਉੱਚੇ ਸੁੱਚੇ ਜੀਵਨ ਵਾਲੇ। ਇਹਨਾਂ ਨੇ ਵਿਚਾਰ ਕੀਤੀ ਵੀ ਇੱਥੋਂ ਦੀ 2 ਰੇਲ ਗੱਡੀਆਂ ਗੁਜ਼ਰ ਗਈਆਂ ਨੇ, ਲੰਘ ਗਈਆਂ ਨੇ, ਅਸੀਂ ਉਹਨਾਂ ਸਿੱਖਾਂ ਦੀ ਸੇਵਾ ਨਹੀਂ ਕਰ ਸਕੇ, ਭੁੱਖੇ ਹੋਣਗੇ, ਪਿਆਸੇ ਹੋਣਗੇ। ਸਾਨੂੰ ਚਾਹੀਦਾ ਸੀ ਗੱਡੀ ਇੱਥੇ ਰੁਕਦੀ ਤੇ ਅਸੀਂ ਉਹਨਾਂ ਨੂੰ ਲੰਗਰ ਛਕਾਉਂਦੇ। ਫਿਰ ਜਿਹੜਾ ਸਟੇਸ਼ਨ ਮਾਸਟਰ ਸੀ ਉਹਦੇ ਨਾਲ ਵਿਚਾਰ ਕੀਤੀ। ਉਸ ਨੇ ਦੱਸਿਆ ਵੀ ਕੱਲ ਨੂੰ 30 ਤਰੀਕ ਨੂੰ 8 ਵਜੇ ਰੇਲ ਗੱਡੀ ਇੱਕ ਲੰਘਣੀ ਹੈ, ਤੇ ਫੋਨ ਤੇ ਦੱਸ ਦਿੱਤਾ ਇੱਕ ਦਿਨ ਪਹਿਲਾਂ। ਤਾਂ ਸਾਧ ਸੰਗਤ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਤੇ ਹੋਰ ਜਿਹੜੀਆਂ ਸਿੱਖ ਸੰਗਤਾਂ ਪੰਜਾ ਸਾਹਿਬ ਤੋਂ, ਉਹਨਾਂ ਨੇ ਮਿਲ ਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਸਟੇਸ਼ਨ ਤੇ ਲੈ ਆਏ। ਸਟੇਸ਼ਨ ਮਾਸਟਰ ਕਹਿਣ ਲੱਗਿਆ ਮੈਨੂੰ ਉੱਪਰੋਂ ਕਾਲ ਆ ਗਈ ਹੈ ਵੀ ਗੱਡੀ ਇੱਥੇ ਰੋਕਣੀ ਨਹੀਂ,
ਤੁਹਾਡਾ ਜਿਹੜਾ ਪ੍ਰਸ਼ਾਦਾ ਲੰਗਰ ਹੈ ਕਿਸੇ ਅਰਥ ਨਹੀਂ। ਸੰਗਤ ਨੇ ਵਿਚਾਰ ਕੀਤੀ ਵੀ ਇਹ ਕਿਵੇਂ ਹੋ ਸਕਦਾ ਹੈ, ਗੱਡੀ ਇੱਥੇ ਰੁਕੇ ਨਾ। ਇਕੱਠ ਹੋ ਗਿਆ। ਜਦੋਂ ਗੱਡੀ ਆਈ, ਰੇਲ ਗੱਡੀ, ਤਾਂ ਉਸ ਸਮੇਂ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ, ਇਹਨਾਂ ਦੀ ਸੁਪਤਨੀ ਤੇ ਹੋਰ ਗੁਰਸਿੱਖ ਸੰਗਤਾਂ ਕਈ ਪਟੜੀ ਤੇ ਬੈਠ ਗਏ। ਜਦੋਂ ਰੇਲ ਗੱਡੀ ਆਈ ਸਾਧ ਸੰਗਤ, ਉਸ ਸਮੇਂ ਇਸ ਗੱਡੀ ਨੇ ਜਿਹੜੇ ਅੱਗੇ ਸਿੰਘ ਬੈਠੇ ਸਨ ਉਹਨਾਂ ਨੂੰ ਚਲਾ ਕੇ ਮਾਰਿਆ, ਤੇ ਕੁਝ ਕੁ ਸਿੰਘ ਉਹਨਾਂ ਨੂੰ ਲਤੜੇ ਹੋਏ। ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਦੇ ਉੱਪਰ ਆ ਕੇ ਖੜੀ ਹੋ ਗਈ, ਉੱਥੇ ਰੋਕ ਗਈ ਗੱਡੀ। ਜਿਹੜੇ ਸਿੰਘ ਹੇਠਾਂ ਆਏ ਸਨ, 6 ਸਿੰਘਾਂ ਦੀਆਂ ਲੱਤਾਂ ਕੱਟੀਆਂ ਗਈਆਂ। ਭਾਈ ਕਰਮ ਸਿੰਘ ਉੱਥੇ ਸ਼ਹੀਦੀ ਪਾ ਗਏ। ਭਾਈ ਪ੍ਰਤਾਪ ਸਿੰਘ, ਉਹਨਾਂ ਦੇ ਕਾਫੀ ਸੱਟਾਂ ਵੱਜੀਆਂ, ਜਵਾੜੇ ਪਾਟ ਗਿਆ। ਤੇ ਜਦੋਂ ਸੰਗਤਾਂ ਇਹਨਾਂ ਦੇ ਕੋਲ ਆਈਆਂ, ਇਹ ਕਹਿਣ ਲੱਗੇ ਸਾਨੂੰ ਬਾਹਰ ਨਾ ਕੱਢਿਓ, ਹੁਣ ਜੇ ਤੁਸੀਂ ਸਾਨੂੰ ਪਾਸੇ ਕੀਤਾ ਇਹਨਾਂ ਨੇ ਫੇਰ ਗੱਡੀ ਚਲਾ ਲੈਣੀ ਹੈ, ਤੇ ਤੁਸੀਂ ਐਂ ਕਰੋ ਪਹਿਲਾਂ ਲੰਗਰ ਛਕਾਓ ਸਾਰੀ ਸੰਗਤ ਨੂੰ, ਫਿਰ ਸਾਡੀ ਸੰਭਾਲ ਕਰਿਓ। ਵੀ ਆਪਾਂ ਕੰਮ ਤਾਂ ਇਸੇ ਵਾਸਤੇ ਕੀਤਾ ਸਾਰਾ। ਤੇ ਫਿਰ ਸਾਰੇ ਸਿੰਘਾਂ ਨੂੰ ਸਾਧ ਸੰਗਤ ਪਹਿਲਾਂ ਪ੍ਰਸ਼ਾਦਾ ਲੰਗਰ ਛਕਾਇਆ ਸੰਗਤ। ਫਿਰ ਜਿਹੜੇ ਸਿੰਘ ਜ਼ਖਮੀ ਹੋਏ ਸਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਇਲਾਜ ਕਰਾਇਆ ਗਿਆ। 6 ਸਿੰਘ ਉਹਨਾਂ ਦੀ ਲੱਤਾਂ ਕੱਟੀਆਂ ਗਈਆਂ ਸੀ। ਭਾਈ ਕਰਮ ਸਿੰਘ 30 ਤਰੀਕ ਨੂੰ ਸ਼ਹੀਦੀ ਪਾ ਗਏ ਸੀ। ਭਾਈ ਪ੍ਰਤਾਪ ਸਿੰਘ ਇਹ 31 ਤਰੀਕ ਨੂੰ ਸ਼ਹੀਦੀ ਪਾ ਗਏ ਸੀ। ਤੇ ਇਹਨਾਂ ਦੀ ਸੁਪਤਨੀ, ਉਹਨਾਂ ਨੇ ਇੰਟਰਵਿਊ ਵਿੱਚ ਦੱਸਿਆ ਕਿ ਜਿਹੜਾ ਉਹ ਸਟੇਸ਼ਨ ਮਾਸਟਰ ਸੀ ਨਾ, ਉਹ ਕਹਿੰਦਾ ਮੈਂ ਗੱਡੀ ਨਹੀਂ ਰੋਕੀ। ਜਿਹੜਾ ਗੱਡੀ ਚਲਾਉਣ ਵਾਲਾ ਸੀ ਉਹਨੇ ਵੀ ਕਿਹਾ ਵੀ ਮੈਂ ਗੱਡੀ ਨੂੰ ਬ੍ਰੇਕਾਂ ਨਹੀਂ ਲਾਈਆਂ, ਗੱਡੀ ਆਪੇ ਰੁਕੀ। ਉਹ ਚੈਕਿੰਗ ਵੀ ਕੀਤੀ ਗਈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਜਿਹੜੀ ਉਹ ਗੱਡੀ ਸੀ ਰੋਕ ਦਿੱਤੀ। ਫਿਰ ਸੰਗਤਾਂ ਨੇ, ਸਾਧ ਸੰਗਤ, ਉਹਨਾਂ ਕੈਦੀ ਸਿੰਘਾਂ ਦੀਆਂ ਜਿਹੜੇ ਗੁਰੂ ਕੇ ਬਾਗ ਵਿੱਚ ਮੋਰਚੇ ਤੋਂ ਫੜ ਕਰਕੇ ਅਟਕ ਦੀ ਜੇਲ੍ਹ ਵਿੱਚ ਲਿਜਾਏ ਜਾ ਰਹੇ ਸਨ, ਉਹਨਾਂ ਦੀ ਪ੍ਰਸ਼ਾਦੇ ਲੰਗਰ ਨਾਲ ਸੇਵਾ ਕੀਤੀ। ਸੋ ਇਹ ਪੰਜਾ ਸਾਹਿਬ ਦਾ ਸਾਕਾ ਹੋਇਆ ਕਿ ਸੰਗਤਾਂ ਨੇ ਗੁਰੂ ਪਿਆਰਿਆਂ ਦੀ ਸੇਵਾ ਵਾਸਤੇ ਕਿਵੇਂ ਆਪਣੀਆਂ ਸ਼ਹੀਦੀਆਂ ਦਿੱਤੀਆਂ, ਕਿਵੇਂ ਆਪਣੇ ਜਾਨਾਂ ਦੀ ਪਰਵਾਹ ਕੀਤੇ ਤੋਂ ਬਿਨਾਂ ਸਾਧ ਸੰਗਤ ਤੇ ਉਹਨਾਂ ਸਿੰਘਾਂ ਦੀ ਸੇਵਾ ਕੀਤੀ। ਸੋ ਉਹਨਾਂ ਸਿੰਘਾਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਸੰਗਤਾਂ ਨੇ ਜਿਨ੍ਹਾਂ ਨੇ ਕਮਾਈ ਕੀਤੀ, ਸਾਰਿਆਂ ਦੇ ਚਰਨਾਂ ਤੇ ਪ੍ਰਣਾਮ ਹੈ। ਇਹੋ ਜਿਹੀ ਸਿੱਖੀ ਸਾਨੂੰ ਕਮਾਉਣੀ ਚਾਹੀਦੀ। ਸਿੱਖੀ ਦਾ ਪਿਆਰ ਹਿਰਦੇ 'ਚ ਪੈਦਾ ਕਰਾਂਗੇ, ਬਾਣੀ ਨੂੰ ਪੜ੍ਹਾਂਗੇ, ਇਤਿਹਾਸ ਨੂੰ ਪੜ੍ਹਾਂਗੇ, ਫੇਰ ਹੀ ਜਾਣ ਸਕਦੇ ਹਾਂ ਅਸੀਂ ਕੌਣ ਆ, ਕਿੱਥੋਂ ਪੈਦਾ ਹੋਏ ਹਾਂ, ਸਾਡਾ ਕਿਰਦਾਰ ਕੀ ਹੈ, ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਅਸੀਂ ਕੀ ਪ੍ਰਾਪਤ ਕੀਤਾ, ਕੀ ਗਵਾ ਚੁੱਕੇ ਹਾਂ। ਫਿਰ ਸਾਨੂੰ ਪਤਾ ਲੱਗਣਾ ਜਦੋਂ ਅਸੀਂ ਇਤਿਹਾਸ ਪੜ੍ਹਾਂਗੇ, ਸੰਗਤ ਕਰਾਂਗੇ, ਗੁਰਬਾਣੀ ਪੜ੍ਹਾਂਗੇ। ਸੋ ਬਾਣੀ ਵਾਲਾ ਜੀਵਨ ਬਣਾਈਏ, ਸੰਗਤ ਕਰੋ, ਸਤਿਗੁਰੂ ਮਹਾਰਾਜ ਦੀਆਂ ਦਾਤਾਂ, ਅੰਮ੍ਰਿਤ ਦੀ ਦਾਤ ਛਕ ਕੇ ਗੁਰੂ ਵਾਲੇ ਬਣੀਏ, ਗੁਰਮਤਿ ਦੇ ਧਾਰਨੀ ਹੋਈਏ। ਫਿਰ ਸਤਿਗੁਰਾਂ ਦੀਆਂ ਬਹੁਤ ਜ਼ਿਆਦਾ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਚਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।